ਭਗਤ ਧੰਨਾ ਜੀ ਜੱਟ ਸਨ ਤੇ ਜ਼ਿਮੀਂਦਾਰੀ ਦਾ ਕੰਮ ਕਰਦੇ ਸਨ। ਜਦ ਖੂਹ ਉੱਤੇ ਜਾਂਦੇ ਤਾਂ ਰਸਤੇ ਵਿੱਚ ਛੱਪੜ ਦੇ ਕਿਨਾਰੇ ਇੱਕ ਤਰਲੋਚਨ ਨਾਮ ਦੇ ਬ੍ਰਾਹਮਣ ਨੂੰ ਠਾਕਰਾਂ ਦੀ ਪੂਜਾ ਕਰਦੇ ਦੇਖਿਆ ਕਰਨ। ਇੱਕ ਦਿਨ ਭਗਤ ਧੰਨਾ ਜੀ ਨੇ ਤਰਲੋਚਨ ਬ੍ਰਾਹਮਣ ਨੂੰ ਪੁੱਛਿਆ, ਪੰਡਤ ਜੀ ਇਹ ਕੀ ਕਰਦੇ ਹੋ? ਤਰਲੋਚਨ ਬ੍ਰਾਹਮਣ ਨੇ ਭਗਤ ਧੰਨਾ ਜੀ ਨੂੰ ਕਿਹਾ, ਠਾਕੁਰ ਦੀ ਪੂਜਾ ਕਰਦਾ ਹਾਂ। ਫਿਰ ਭਗਤ ਧੰਨਾ ਜੀ ਨੇ ਪੁੱਛਿਆ, ਠਾਕੁਰ ਕੌਣ ਹੁੰਦਾ ਹੈ? ਤਰਲੋਚਨ ਬ੍ਰਾਹਮਣ ਨੇ ਕਿਹਾ, ਵਾਹ, ਤੈਨੂੰ ਅਜੇ ਠਾਕੁਰ ਦਾ ਪਤਾ ਹੀ ਨਹੀਂ। ਸਭ ਦੁਨੀਆ ਦਾ ਹਰਤਾ ਕਰਤਾ, ਸੁੱਖਾਂ ਦਾ ਦਾਤਾ, ਸਰਬ ਪਦਾਰਥਾਂ ਦਾ ਮਾਲਕ ਇਹ ਠਾਕੁਰ ਹੀ ਤਾਂ ਹੈ। ਜਿਸ ਉੱਤੇ ਇਸ ਦੀ ਕਿਰਪਾ ਹੋ ਜਾਏ ਉਹ ਤਰ ਜਾਂਦਾ ਹੈ। ਇਸ ਤਰ੍ਹਾਂ ਪੰਡਿਤ ਜੀ ਨੇ ਦੱਸਿਆ। ਇਹ ਮੰਗਿਆ ਪਦਾਰਥ ਦੇ ਦਿੰਦਾ ਹੈ। ਧੰਨਿਆ, ਇਹ ਤਾਂ ਪੂਜਾ ਕਰੇਗਾ ਤਾਂ ਹੀ ਜਾਣੇਗਾ। ਫਿਰ ਭਗਤ ਧੰਨਾ ਜੀ ਨੇ ਪੁੱਛਿਆ, ਤੁਹਾਨੂੰ ਕੁਝ ਮਿਲਿਆ ਹੈ? ਤਰਲੋਚਨ ਬ੍ਰਾਹਮਣ ਨੇ ਕਿਹਾ, ਸਭ ਕੁਝ ਇਸੇ ਦਾ ਹੀ ਤਾਂ ਹੈ। ਇਸੇ ਨੇ ਹੀ ਸਭ ਕੁਝ ਦਿੱਤਾ ਹੈ। ਭਗਤ ਧੰਨਾ ਜੀ ਨੇ ਫਿਰ ਪੁੱਛਿਆ, ਇਹ ਬੋਲਦਾ ਹੈ? ਧੰਨੇ ਦੀ ਗੱਲ ਸੁਣ ਕੇ ਪੰਡਿਤ ਜੀ ਹੱਸ ਪਏ। ਫਿਰ ਭਗਤ ਧੰਨਾ ਜੀ ਨੇ ਪੁੱਛਿਆ, ਕਿਉਂ ਹੱਸ ਪਏ ਹੋ? ਮੈਂ ਤਾਂ ਤੁਹਾਡੀਆਂ ਦੱਸੀਆਂ ਗੱਲਾਂ ਅਨੁਸਾਰ ਹੀ ਗੱਲ ਕੀਤੀ ਹੈ। ਤਰਲੋਚਨ ਬ੍ਰਾਹਮਣ ਨੇ ਕਿਹਾ, ਭੋਲਿਆ ਜੱਟਾ, ਇਹ ਠਾਕੁਰ ਗੱਲਾਂ ਸੁਣਦਾ ਤੇ ਕਰਦਾ ਵੀ ਹੈ। ਫਿਰ ਭਗਤ ਧੰਨਾ ਜੀ ਨੇ ਕਿਹਾ, ਮੇਰੀਆਂ ਗੱਲਾਂ ਸੁਣ ਲਏਗਾ? ਤਰਲੋਚਨ ਬ੍ਰਾਹਮਣ ਨੇ ਕਿਹਾ, ਜੇ ਤੂੰ ਪੂਰੀ ਵਿਧੀ ਨਾਲ ਪੂਜਨ ਕਰੇਗਾ ਤਾਂ ਜ਼ਰੂਰ ਬੋਲੇਗਾ। ਜੋ ਤੂੰ ਕਹੇਗਾ ਉਹੀ ਕਰੇਗਾ। ਭਗਤ ਧੰਨਾ ਜੀ ਨੇ ਕਿਹਾ, ਅੱਛਾ ਜੇ ਇਹ ਗੱਲ ਹੈ ਤਾਂ ਇਹ ਠਾਕੁਰ ਮੈਨੂੰ ਵੀ ਦਿਓ। ਤਰਲੋਚਨ ਬ੍ਰਾਹਮਣ ਨੇ ਕਿਹਾ, ਪਰ ਗਊ ਦੇ ਕੇ ਠਾਕੁਰ ਮਿਲੇਗਾ। ਫਿਰ ਭਗਤ ਧੰਨਾ ਜੀ ਨੇ ਕਿਹਾ, ਉਹ ਪੰਡਤ ਜੀ, ਗਊ ਲੈ ਲਓ, ਜਿਵੇਂ ਤੁਸੀਂ ਆਖਦੇ ਹੋ। ਇਹੋ ਜਿਹਾ ਠਾਕੁਰ ਇਸ ਮੁੱਲੋਂ ਮਹਿੰਗਾ ਨਹੀਂ। ਤਰਲੋਚਨ ਬ੍ਰਾਹਮਣ ਨੇ ਭਗਤ ਧੰਨਾ ਜੀ ਨੂੰ ਕਿਹਾ, ਚੰਗਾ ਫਿਰ ਗਊ ਦੇ ਜਾ ਤੇ ਠਾਕੁਰ ਲੈ ਜਾ। ਪੰਡਤ ਜੀ ਨੂੰ ਚੰਗੀ ਸੱਜਰ ਸੂਆ ਗਊ ਦੇ ਕੇ ਭਗਤ ਧੰਨਾ ਜੀ ਨੇ ਠਾਕੁਰ ਲੈ ਲਿਆ। ਬਾਹਰ ਖੂਹ ਤੇ ਲਿਜਾ ਕੇ ਰੋਟੀ ਅੱਗੇ ਰੱਖ ਕੇ ਬੈਠ ਗਿਆ। ਬੇਨਤੀਆਂ ਕਰੀ ਜਾਏ, ਠਾਕੁਰ ਜੀ, ਜੇ ਖਾਓਗੇ ਤਾਂ ਮੈਂ ਰੋਟੀ ਖਾਵਾਂਗਾ, ਨਹੀਂ ਤਾਂ ਮੈਂ ਵੀ ਨਹੀਂ ਖਾਵਾਂਗਾ। ਭੋਲੇ ਭਾਵ ਉੱਤੇ ਪਰਮੇਸ਼ਰ ਰੀਝਦਾ ਹੈ। ਨਾਮਦੇਵ ਜੀ ਉੱਤੇ ਵੀ ਇਸੇ ਗੱਲੋਂ ਰੀਝਿਆ ਸੀ। ਠਾਕੁਰ ਜੋ ਕਿ ਇੱਕ ਗੋਲ ਪੱਥਰ ਸੀ, ਉਹ ਹਿੱਲਿਆ ਤੇ ਹੱਸ ਪਿਆ। ਧੰਨਿਆ, ਕੀ ਗੱਲ ਹੈ? ਫਿਰ ਭਗਤ ਧੰਨਾ ਜੀ ਨੇ ਕਿਹਾ, ਰੋਟੀ ਖਾਓ ਜੀ, ਇੰਨਾ ਗੁੱਸਾ ਨਹੀਂ ਕਰੀਦਾ। ਨਾਲੇ ਆਪ 4-5 ਦਿਨ ਭੁੱਖੇ ਰਹੇ, ਨਾਲੇ ਮੈਨੂੰ ਭੁੱਖੇ ਮਾਰਿਆ, ਕੀ ਫਾਇਦਾ ਹੋਇਆ? ਸੋ ਇਉਂ ਧੰਨਾ ਜੀ ਨਾਲ ਉਸ ਸਰਵ ਵਿਆਪਕ ਪ੍ਰਭੂ ਨੇ ਗੱਲਾਂ ਕੀਤੀਆਂ ਤੇ ਧੰਨਾ ਜੀ ਉੱਤੇ ਐਸਾ ਰਿਝਿਆ ਕਿ ਉਸਦੇ ਸਾਰੇ ਕੰਮ ਕਰਨ ਲੱਗ ਪਿਆ। ਪਰ ਪਰਮੇਸ਼ਰ ਦੀ ਕਿਰਪਾ ਨਾਲ ਭਗਤ ਧੰਨੇ ਦੀ ਦ੍ਰਿੜਤਾ ਤੇ ਭਰੋਸੇ ਦਾ ਫਲ ਉਸ ਨੂੰ ਗੂੜਾ ਭਗਤੀ ਰੰਗ ਮਿਲ ਗਿਆ। ਆਏ ਸਾਧੂ ਸੰਤਾਂ ਦੀ ਸੇਵਾ ਕਰਨ ਲੱਗ ਪਿਆ ਤੇ ਐਸਾ ਹੋ ਗਿਆ ਕਿ ਕਿਸੇ ਵੀ ਸਾਧੂ ਸੰਤ ਨੂੰ ਰੋਟੀ ਖਵਾਏ ਤੇ ਸੇਵਾ ਕੀਤੇ ਬਿਨਾਂ ਅੱਗੇ ਨਾ ਲੰਘਣ ਦਿੰਦਾ। ਜਿਸ ਪੰਡਤ ਨੇ ਭੋਲੇ ਧੰਨਾ ਜੀ ਨੂੰ ਠਾਕੁਰ ਦਿੱਤਾ ਸੀ, ਉਸਨੇ ਜਦ ਧੰਨਾ ਜੀ ਨੂੰ ਦੇਣਾ ਵਿੱਚ ਹੀ ਉਹਨਾਂ ਦੀ ਦ੍ਰਿੜਤਾ ਦਾ ਫਲ ਮਿਲਿਆ ਦੇਖਿਆ ਤਾਂ ਹੈਰਾਨ ਹੋ ਗਿਆ। ਸਾਰੀ ਉਮਰ ਠਾਕਰਾਂ ਦੀ ਪੂਜਾ ਕਰਨ ਵਾਲੇ ਨੂੰ ਅੱਜ ਤੱਕ ਕੁਝ ਵੀ ਪ੍ਰਾਪਤ ਨਹੀਂ ਸੀ ਹੋਇਆ, ਪਰ ਧੰਨਾ ਜੀ ਦੇ ਭਗਵਾਨ ਹਲ ਚਲਾਉਂਦਾ ਹੈ, ਖੂਹ ਜੋਤਦਾ ਹੈ ਤੇ ਸਾਰੇ ਕੰਮ ਕਰਦਾ ਹੈ। ਉਹ ਪੰਡਤ ਧੰਨਾ ਜੀ ਨੂੰ ਮਿਲਿਆ ਤੇ ਉਹਨਾਂ ਦੀ ਚਰਨੀ ਲੱਗ ਗਿਆ। ਮੈਨੂੰ ਵੀ ਠਾਕੁਰ ਦੇ ਦਰਸ਼ਨ ਕਰਾਓ, ਮੇਰੇ ਤੇ ਕਿਰਪਾ ਕਰੋ। ਭਗਤ ਧੰਨਾ ਜੀ ਨੇ ਹੈਰਾਨ ਹੋ ਕੇ ਪੁੱਛਿਆ, ਹੈਂ, ਤੈਨੂੰ ਅਜੇ ਤੱਕ ਦਰਸ਼ਨ ਨਹੀਂ ਹੋਏ? ਤਰਲੋਚਨ ਬ੍ਰਾਹਮਣ ਨੇ ਕਿਹਾ, ਨਹੀਂ। ਫਿਰ ਭਗਤ ਧੰਨਾ ਜੀ ਨੇ ਕਿਹਾ, ਤੇਰੀਆਂ ਗੱਲਾਂ ਸੁਣ ਕੇ ਤਾਂ ਮੈਂ ਇਸ ਪਾਸੇ ਲੱਗਾ ਹਾਂ, ਪਰ ਤੂੰ ਅਜੇ ਤੱਕ ਖਾਲੀ ਹੀ ਹੈ। ਤਰਲੋਚਨ ਬ੍ਰਾਹਮਣ ਨੇ ਕਿਹਾ, ਹਾਂ ਧੰਨਾ ਜੀ, ਮੇਰੀਆਂ ਤਾਂ ਗੱਲਾਂ ਹੀ ਗੱਲਾਂ ਹਨ। ਇਹ ਗੱਲਾਂ ਕਰਕੇ ਅਸੀਂ ਲੋਕਾਂ ਨੂੰ ਸੁਣਾਉਂਦੇ ਹਾਂ ਤੇ ਉਦਰ ਪੂਰਨਾ ਕਰਦੇ ਹਾਂ। ਇਸ ਲਈ ਪੇਸ਼ਾਵਰ ਲੋਕਾਂ ਨੂੰ
ਠਾਕੁਰ ਦੇ ਦਰਸ਼ਨ ਕਿੱਥੇ। ਸਾਡੇ ਵਿੱਚ ਭਾਵਨਾ ਵੀ ਗੱਲਾਂ ਵਾਲੀ ਹੀ ਹੈ ਤੇ ਦ੍ਰਿੜਤਾ ਤੇ ਅਡੋਲਤਾ ਤਾਂ ਹੈ ਹੀ ਨਹੀਂ। ਇਸ ਲਈ ਸਾਨੂੰ ਠਾਕੁਰ ਜੀ ਦੇ ਦਰਸ਼ਨ ਕਿਵੇਂ ਹੋਣ। ਹਾਂ, ਤੁਸੀਂ ਕਿਰਪਾ ਕਰੋ। ਤੁਸਾਂ ਭੋਲੇ ਭਾਅ ਨਾਲ ਠਾਕੁਰ ਨੂੰ ਰਿਝਾ ਲਿਆ ਹੈ। ਉਹ ਸਰਬ ਪਦਾਰਥਾਂ ਦਾ ਦਾਤਾ, ਰਿੱਧੀਆਂ ਸਿੱਧੀਆਂ ਦਾ ਮਾਲਕ ਤੁਹਾਡੀ ਸਰਲ ਭਾਵਨਾ ਤੇ ਰੀਝ ਕੇ ਤੁਹਾਡਾ ਅਨੁਸਾਰੀ ਹੋ ਗਿਆ ਹੈ। ਇਸ ਲਈ ਕਿਰਪਾ ਕਰੋ, ਮੈਨੂੰ ਵੀ ਦਰਸ਼ਨ ਕਰਵਾ ਦਿਓ। ਕਹਿੰਦੇ ਹਨ ਕਿ ਉਸ ਪੰਡਤ ਨੂੰ ਧੰਨਾ ਜੀ ਉਸ ਦੀਆਂ ਗਊਆਂ ਚਾਰਦੇ ਭਗਵਾਨ ਕੋਲ ਲੈ ਗਏ ਤੇ ਕਿਹਾ, ਉਹ ਦੇਖ ਭਗਵਾਨ ਕੈਸੀ ਸੁੰਦਰ ਸ਼ਕਲ ਵਾਲੇ ਹਨ। ਮੈਂ ਤਾਂ ਆਖਦਾ ਵੀ ਨਹੀਂ, ਪਰ ਮੇਰੇ ਕੰਮ ਆਪ ਹੀ ਕਰ ਰਹੇ ਹਨ। ਫਿਰ ਤਰਲੋਚਨ ਬ੍ਰਾਹਮਣ ਨੇ ਕਿਹਾ, ਪਰ ਧੰਨਾ ਜੀ ਮੈਨੂੰ ਤਾਂ ਨਜ਼ਰ ਨਹੀਂ ਆਉਂਦੇ। ਇਹ ਕਹਿ ਕੇ ਉਸਨੇ ਫਿਰ ਧੰਨਾ ਜੀ ਦੇ ਚਰਨ ਫੜ ਲਏ ਤੇ ਬੋਲਿਆ, ਭਗਵਾਨ ਨੂੰ ਬੇਨਤੀ ਕਰੋ ਉਹ ਦਰਸ਼ਨ ਦੇਣ ਵਾਲੇ ਨੇਤਰ ਮੈਨੂੰ ਵੀ ਦੇ ਦੇਵੇ। ਧੰਨਾ ਜੀ ਨੇ ਬ੍ਰਾਹਮਣ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ ਤਾਂ ਠਾਕੁਰ ਜੀ ਨੇ ਕਿਹਾ, ਧੰਨਿਆ ਇਹ ਦਰਸ਼ਨ ਦੇਣ ਦੇ ਲਾਇਕ ਨਹੀਂ ਹੈ। ਇਸ ਦਾ ਮਨ ਤਾਂ ਪਾਪਾਂ ਤੇ ਠੱਗੀਆਂ ਨਾਲ ਭਰਿਆ ਪਿਆ ਹੈ। ਤੂੰ ਕਹਿੰਦਾ ਹੈ ਕਿ ਇਸ ਦੀ ਕਿਰਪਾ ਕਰਕੇ ਤੈਨੂੰ ਦਰਸ਼ਨ ਹੋਏ ਹਨ, ਪਰ ਇਸਨੇ ਤੇਰੇ ਨਾਲ ਵੀ ਠੱਗੀ ਕੀਤੀ ਸੀ। ਗਊ ਲੈ ਕੇ ਤੇ ਲੂਣ ਮਿਰਚਾਂ ਕੁੱਟਣ ਵਾਲਾ ਪੱਥਰ ਤੈਨੂੰ ਦਿੱਤਾ ਸੀ। ਇਹ ਤੈਨੂੰ ਕਮਲਾ ਤੇ ਸ਼ਦਾਈ ਸਮਝਦਾ ਸੀ, ਬੇਸਮਝ ਤੇ ਮੂਰਖ ਸਮਝਦਾ ਸੀ। ਕੀ ਮੈਂ ਆਪਣੇ ਭਗਤ ਨੂੰ ਮੂਰਖ ਸਮਝਣ ਵਾਲੇ ਨੂੰ ਆਪਣੇ ਦਰਸ਼ਨ ਦੇ ਦਿਆਂ? ਇਹ ਨਹੀਂ ਹੋ ਸਕਦਾ। ਪਰ ਧੰਨਾ ਜੀ ਦੇ ਬੇਨਤੀਆਂ ਕਰਨ ਤੇ ਪਰਮਾਤਮਾ ਨੇ ਵੀ ਉਸ ਬ੍ਰਾਹਮਣ ਨੂੰ ਦਰਸ਼ਨ ਦੇ ਦਿੱਤੇ। ਦਰਸ਼ਨ ਨਹੀਂ ਦਿੱਤੇ, ਸਗੋਂ ਦਰਸ਼ਨ ਦੇ ਕੇ ਉਸ ਦੀ ਕਾਇਆ ਵੀ ਕਲਪ ਕਰ ਦਿੱਤੀ। ਜਨਮਾਂ ਜਨਮਾਂਤਰਾਂ ਦੀ ਮੈਲ ਨੂੰ ਉਸ ਦੇ ਹਿਰਦੇ ਵਿੱਚੋਂ ਦੂਰ ਕਰ ਦਿੱਤਾ। ਭਗਤ ਧੰਨਾ ਜੀ ਦਾ ਜਸ ਫੈਲ ਗਿਆ ਤੇ ਧੰਨਾ ਜੀ ਐਸੇ ਸੇਵਾ ਤੇ ਸਿਮਰਨ ਵਿੱਚ ਲੱਗੇ ਕਿ ਦੂਰ ਦੂਰ ਤੋਂ ਸਾਧੂ ਸੰਤ ਧੰਨਾ ਜੀ ਦੇ ਦਰਸ਼ਨ ਕਰਨ ਆਉਂਦੇ ਤੇ ਧੰਨਾ ਜੀ ਦੇ ਮਨ ਵਿੱਚ ਇੰਨਾ ਚਾਨਣ ਹੋ ਗਿਆ ਕਿ ਉਹ ਭੂਤ ਭਵਿੱਖ ਦੇ ਜਾਣੂ ਬ੍ਰਹਮ ਗਿਆਨੀ ਹੋ ਗਏ। ਆਪ ਕਾਂਸ਼ੀ ਗਏ ਤੇ ਉੱਥੇ ਜਾ ਕੇ ਭਗਤ ਰਾਮਾਨੰਦ ਜੀ ਨੂੰ ਗੁਰੂ ਧਾਰਨ ਕਰਨ ਮਗਰੋਂ ਪੂਰੇ ਸੰਤ ਭਗਤ ਦੇ ਦਰਜੇ ਤੱਕ ਜਾ ਪੁੱਜੇ। ਭਗਤ ਧੰਨਾ ਜੀ ਦਾ ਜਨਮ 1416 ਈਸਵੀ ਨੂੰ ਰਾਜਸਥਾਨ ਦੇ ਇੱਕ ਪਿੰਡ ਵਿੱਚ ਹੋਇਆ। ਭਗਤ ਧੰਨਾ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 3 ਸ਼ਬਦ ਅੰਕਿਤ ਹਨ। ਆਸਾ ਬਾਣੀ ਭਗਤ ਧੰਨੇ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਲਾਲਚ ਬਿਖ ਕਾਮ ਲੁਭਦ ਰਾਤਾ, ਮਨ ਬਿਸਰੇ ਪ੍ਰਭ ਹੀਰੇ। ਬਿਖ ਫਲ ਮੀਠ ਲਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ। ਗੁਣ ਤੇ ਪ੍ਰੀਤ ਬਢੀ ਅਨ ਭਾਂਤੀ, ਜਨਮ ਮਰਨ ਫਿਰ ਤਾਨਿਆ। ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਜਮ ਫੰਦ ਪਰੇ। ਬਿਖ ਫਲ ਸੰਚ ਭਰੇ ਮਨ ਐਸੇ, परम पुरख प्रभ मन बिसरे। ज्ञान प्रवेश गुरे धन दिया, ध्यान मान मन एक मय। प्रेम भगत मानी सुख जानिया, तृप्ता घाने मुक्त भय। जोत समाए समानी जाकै, अछली प्रभ पहचानिया। धन्नै धन पाया धरनी धर, मिल जन संत समानिया। माया दे मोह विच भटकदियां कई जन्म गुजर जाते हैं। ਇਹ ਸਰੀਰ ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਵੀ ਟਿਕਿਆ ਨਹੀਂ ਰਹਿੰਦਾ। ਲੋਭੀ ਜੀਵ ਜ਼ਹਿਰ ਰੂਪ ਪਦਾਰਥਾਂ ਦੇ ਲਾਲਚ ਵਿੱਚ, ਕਾਮ ਵਾਸ਼ਨਾ ਵਿੱਚ ਰੰਗਿਆ ਰਹਿੰਦਾ ਹੈ। ਇਸ ਦੇ ਮਨ ਵਿੱਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ। ਹੇ ਕਮਲੇ ਮਨ, ਇਹ ਜ਼ਹਿਰ ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ। ਗੁਣਾਂ ਵੱਲੋਂ ਹਟ ਕੇ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵੱਧ ਰਹੀ ਹੈ ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ। ਹੇ ਮਨ, ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤ ਆਪਣੇ ਅੰਦਰ ਪੱਕੀ ਨਾ ਕੀਤੀ। ਤ੍ਰਿਸ਼ਨਾ ਵਿੱਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ। ਹੇ ਮਨ, ਤੂੰ ਵਿਸ਼ੇ ਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰਕੇ ਸਾਂਭਦਾ ਰਿਹਾ ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ। ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼ ਰੂਪ ਧਨ ਦਿੱਤਾ, ਉਸ ਦੀ ਸੁਰਤ ਪ੍ਰਭੂ ਵਿੱਚ ਜੁੜ ਗਈ।
ਉਸ ਦੇ ਅੰਦਰ ਸ਼ਰਧਾ ਬਣ ਗਈ। ਉਸ ਦਾ ਮਨ ਪ੍ਰਭੂ ਨਾਲ ਇਕਮਿਕ ਹੋ ਗਿਆ। ਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ। ਉਸ ਦੀ ਸੁੱਖ ਨਾਲ ਸਾਂਝ ਬਣ ਗਈ। ਉਹ ਮਾਇਆ ਵੱਲੋਂ ਚੰਗੀ ਤਰ੍ਹਾਂ ਰੱਜ ਗਿਆ ਤੇ ਬੰਧਨਾਂ ਤੋਂ ਮੁਕਤ ਹੋ ਗਿਆ। ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਵ ਵਿਆਪਕ ਜੋਤ ਟਿਕ ਗਈ, ਉਸਨੇ ਮਾਇਆ ਵਿੱਚ ਨਾ ਛਲੇ ਜਾਣ ਵਾਲੇ ਪ੍ਰਭੂ ਨੂੰ ਪਹਿਚਾਣ ਲਿਆ। ਮੈਂ ਧੰਨੇ ਨੇ ਵੀ ਉਸ ਪ੍ਰਭੂ ਦਾ ਨਾਮ ਰੂਪ ਧਨ ਲੱਭ ਲਿਆ ਹੈ, ਜੋ ਸਾਰੀ ਧਰਤੀ ਦਾ ਆਸਰਾ ਹੈ। ਮੈਂ ਧੰਨਾ ਵੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿੱਚ ਲੀਨ ਹੋ ਗਿਆ ਹਾਂ। ਇਸੇ ਤਰ੍ਹਾਂ ਦੂਸਰਾ ਸ਼ਬਦ ਹੈ, ਰੇ ਚਿਤ ਚੇਤਸ ਕੀ ਨਾ, ਦਇਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜੋ ਧਾਵੈ ਬ੍ਰਹਮੰਡ ਖੰਡ ਕੋ, ਕਰਤਾ ਕਰੈ ਸੋ ਹੋਈ। ਜਨਨੀ ਕੇਰੇ ਉਦਰ ਉਦਕ ਮੈਂ, ਪਿੰਡ ਕੀਆ 10 द्वारा, दे आहार अगन में राखै, ऐसा खसम हमारा। कुम्मी जल माहे तन तिस बाहर, पंख खीर तिन नाही, पूर्ण परमानंद मनोहर, समझ देख मन माही। पाखण कीट गुप्त होए कहता, तांचो मार्ग नाही, कह धन्ना पूर्ण ताहू को, मन रे जी डराही। ते तीजा शब्द है राग धनासरी विच, गोपाल तेरा आरता, जो जन तुमरी भगत करन ते, तिनके काज सवारता। वाहिगुरु जी का खालसा, वाहिगुरु जी की फतेह।